ਹਾਥੀ ਦੇ ਮੱਥੇ ਵਿੱਚ ਜਾ ਦੱਸਿਆ। ਫਿਰ ਭਾਈ ਸਾਹਿਬ ਜੀ ਨੇ ਉਸੇ ਹੀ ਤਰ੍ਹਾਂ ਫੁਰਤੀ ਦੇ ਨਾਲ ਮਧਾਣੀ ਵਾਂਗੂ ਰਿੜਕ ਕੇ ਜਦੋਂ ਇਸ ਨੂੰ ਪਿਛਾਂਹ ਨੂੰ ਖਿੱਚਿਆ, ਹਾਥੀ ਦੇ ਮੱਥੇ ਵਿੱਚੋਂ ਲਹੂ ਦੇ ਫੁਹਾਰੇ ਛੁੱਟ ਉੱਠੇ। ਹਾਥੀ ਚੀਕਾਂ ਮਾਰਦਾ ਹੋਇਆ ਪਿਛਾਂਹ ਨੂੰ ਭੱਜ ਉੱਠਿਆ, ਆਪਣੀ ਹੀ ਫੌਜ ਨੂੰ ਉਤਾਰਦਾ ਹੋਇਆ ਪਿੱਛੇ ਭੱਜ ਗਿਆ। ਭਾਈ ਸਾਹਿਬ ਜੀ ਦੀ ਉਸ ਜੰਗ ਦੇ ਵਿੱਚ ਜਿੱਤ ਹੋਈ। ਇਸ ਸ਼ਸਤਰ ਦਾ ਨਾਮ ਹੈ ਨਾਗਨੀ ਵਰਸ਼ਾ। ਬੋਲੇ ਸੋ ਨਿਹਾਲ। ਸ਼ਸਤਰ ਦਾ ਨਾਮ ਹੈ ਕਰਪਾ ਵਰਸ਼ਾ। ਇਸ ਦੇ ਨਾਲ ਦੋ ਸਾਖੀਆਂ ਜਗਤ ਪ੍ਰਸਿੱਧ ਹਨ। ਪਹਿਲੀ ਸਾਖੀ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਕਾਰਯੋਗ ਮਾਤਾ ਜੀਤੋ ਜੀ ਨੂੰ ਵਿਆਹਣ ਵਾਸਤੇ ਬਰਾਤ ਲੈ ਕਰਕੇ ਗੁਰੂ ਕੇ ਲਾਹੌਰ ਵਿਖੇ ਗਏ। ਉੱਥੋਂ ਦੀਆਂ ਸੰਗਤਾਂ ਨੇ ਇਕੱਤਰ ਹੋ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸਤਿਗੁਰੂ ਜੀ ਗਰਮੀ ਬਹੁਤ ਹੈ, ਇੱਥੇ ਪਾਣੀ ਦੀ ਬਹੁਤ ਘਾਟ ਹੈ, ਪਾਣੀ ਦੀ ਬੜੀ ਕਿੱਲਤ ਹੈ, ਆਪ ਜੀ ਕਿਰਪਾ ਕਰੋ। ਸਤਿਗੁਰ ਨੇ ਆਪਣੇ ਸੇਵਕ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਇਹ ਵਰਸ਼ਾ ਆਪਣੇ ਕਰ ਕਮਲਾਂ ਦੇ ਵਿੱਚ ਲੈ ਕਰਕੇ ਸਤਨਾਮ ਸ਼੍ਰੀ ਵਾਹਿਗੁਰੂ ਕਹਿ ਕੇ 3 ਵਾਰੀ ਜ਼ਮੀਨ ਦੇ ਵਿੱਚ ਮਾਰਿਆ। ਉਸ ਪਥਰੀਲੀ ਜ਼ਮੀਨ ਦੇ ਵਿੱਚੋਂ 3 ਨਿਰਮਲ ਜਲ ਦੀਆਂ ਧਾਰਾਂ ਵਹਿ ਉੱਠੀਆਂ। ਨਾਮ ਰੱਖਿਆ ਤ੍ਰਿਬੈਣੀ ਸਾਹਿਬ। ਅੱਜ ਵੀ ਉਹ ਜਲ ਉਸੇ ਤਰ੍ਹਾਂ ਨਿਰੰਤਰ ਚੱਲ ਰਿਹਾ ਹੈ। ਸੰਗਤਾਂ ਛਕ ਕੇ ਆਨੰਦ ਮਾਣਦੀਆਂ ਨੇ। ਹਰ ਬਸੰਤ ਪੰਚਮੀ ਤੇ ਉੱਥੇ ਸਤਿਗੁਰਾਂ ਦੇ ਵਿਆਹ ਪੁਰਬ ਤੇ ਭਾਰੀ ਜੋੜ ਮੇਲਾ ਲੱਗਦਾ ਹੈ। ਦੂਸਰੀ ਸਾਖੀ ਜਦੋਂ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਹਾਥੀ ਦਾ ਮੁਕਾਬਲਾ ਕਰ ਰਹੇ ਸਨ, ਰਾਜਾ ਕੇਸਰੀ ਚੰਦ ਆਪਣੇ ਜਰਨੈਲਾਂ ਨੂੰ ਇਹ ਗੱਲ ਕਹਿ ਕੇ ਆਇਆ ਸੀ ਕਿ ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਜਿਉਂਦਾ ਫੜ ਕੇ ਲੈ ਕੇ ਆਵਾਂਗਾ ਜਾਂ ਉਹਨਾਂ ਦਾ ਅਸੀਸ ਲੈ ਕੇ ਆਵਾਂਗਾ। ਜਦੋਂ ਇਸ ਗੱਲ ਦਾ ਪਤਾ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਦੇ ਭਰਾਤਾ ਭਾਈ ਸਾਹਿਬ ਭਾਈ ਉਦੈ ਸਿੰਘ ਜੀ ਨੂੰ ਲੱਗਾ, ਉਹਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸਤਿਗੁਰੂ ਜੀ ਜਿਹੜਾ ਦੁਸ਼ਟ ਪਾਪੀ ਆਪ ਜੀ ਦੇ ਸੀਸ ਦੇ ਸੁਪਨੇ ਲੈਂਦਾ ਹੈ, ਉਹਨੂੰ ਸੋਧਾ ਲਾਉਣ ਦੀ ਸੇਵਾ ਦਾ ਮੈਨੂੰ ਮੌਕਾ ਦਿੱਤਾ ਜਾਵੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪ੍ਰਸੰਨ ਹੋਏ, ਕੋਲ ਬੁਲਾਇਆ, ਥਾਪੜਾ ਦਿੱਤਾ ਔਰ ਆਪਣੇ ਕਮਰ ਕੱਸੇ ਦਾ ਇੱਕ ਕਰਪਾ ਵਰਸ਼ਾ ਭਾਈ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ। ਭਾਈ ਸਾਹਿਬ ਜੀ ਘੋੜੇ ਉੱਤੇ ਸਵਾਰ ਹੋ ਕਰਕੇ ਜੰਗ ਦੇ ਵਿੱਚ ਦੁਸ਼ਮਣਾਂ ਨਾਲ ਲੜਦੇ ਹੋਏ ਰਾਜੇ ਕੇਸਰੀ ਚੰਦ ਤੱਕ ਪਹੁੰਚ ਗਏ। ਰਾਜੇ ਕੇਸਰੀ ਚੰਦ ਨੇ ਭਾਈ ਸਾਹਿਬ ਜੀ ਉੱਤੇ 3 ਵਾਰ ਕੀਤੇ। ਤਿੰਨੇ ਹੀ ਵਾਰ ਭਾਈ ਸਾਹਿਬ ਜੀ ਨੇ ਆਪਣੀ ਢਾਲ ਉੱਤੇ ਡਟ ਕੇ ਆਪਣੀ ਤੇਗ ਦਾ ਐਸਾ ਭਰਪੂਰ ਵਾਰ ਕੀਤਾ, ਰਾਜੇ ਕੇਸਰੀ ਚੰਦ ਦਾ ਸਿਰ ਧੜ ਤੋਂ ਅਲੱਗ ਕਰਕੇ ਜ਼ਮੀਨ ਉੱਤੇ ਸਿੱਟ ਦਿੱਤਾ। ਫਿਰ ਇਸ ਕਰਪੇ ਵਰਸ਼ੇ ਦੀ ਨੋਕ ਦੇ ਵਿੱਚ ਉਹਦਾ ਸਿਰ ਫਸਾ ਕਰਕੇ ਘੋੜੇ ਉੱਤੇ ਸਵਾਰ ਹੋ ਕਰਕੇ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਚਾਲੇ ਪਾ ਦਿੱਤੇ। ਪਿੱਛੋਂ ਹਲਫੇ ਹੋਏ ਦੁਸ਼ਮਣਾਂ ਨੇ ਗੋਲੀ ਚਲਾਈ। ਇੱਕ ਗੋਲੀ ਵਰਸ਼ੇ ਦੀ ਨੋਕ ਉੱਤੇ ਔਰ ਇੱਕ ਮੁੱਠ ਉੱਤੇ ਲੱਗੀ। ਉਹਦਾ ਵੱਢਿਆ ਹੋਇਆ ਸਿਰ ਭਾਈ ਸਾਹਿਬ ਜੀ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਰਿਆ ਰੱਖਿਆ ਅਤੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਜਿਹੜਾ ਦੁਸ਼ਟ ਪਾਪੀ ਆਪ ਜੀ ਦੇ ਸੀਸ ਦੇ ਸੁਪਨੇ ਲੈਂਦਾ ਸੀ, ਉਹਦਾ ਵੱਢਿਆ ਹੋਇਆ ਸਿਰ ਆਪ ਜੀ ਦੇ ਚਰਨਾਂ ਵਿੱਚ ਪਿਆ ਹੈ। ਇਸ ਸ਼ਸਤਰ ਦਾ ਨਾਮ ਹੈ ਕਰਪਾ ਵਰਸ਼ਾ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸ਼ਸਤਰ ਦਾ ਨਾਮ ਹੈ ਬੰਦੂਕ। ਇਸ ਉੱਪਰ ਉਰਦੂ ਵਿੱਚ ਲਿਖਿਆ ਹੋਇਆ ਹੈ ਕਾਰਖਾਨਾ ਲਾਹੌਰ, ਜਿਸ ਤੋਂ ਸਿੱਧ ਹੁੰਦਾ ਹੈ ਕਿ ਲਾਹੌਰ ਦੇ ਕਿਸੇ ਕਾਰਖਾਨੇ ਦੀ ਬਣੀ ਹੋਈ ਹੈ। ਕਿਸੇ ਗੁਰਸਿੱਖ ਨੇ ਬੜੇ ਪ੍ਰੇਮ ਦੇ ਨਾਲ ਤਿਆਰ ਕਰਕੇ ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਭੇਟਾ ਕੀਤੀ ਅਤੇ ਬੇਨਤੀ ਕੀਤੀ, ਸਤਿਗੁਰੂ ਜੀ ਇਸ ਦਾ ਨਿਸ਼ਾਨਾ ਬਹੁਤ ਅਚੂਕ ਹੈ। ਸਤਿਗੁਰ ਸਾਹਿਬਾਂ ਜੀ ਨੇ ਕਈ ਜੰਗਾਂ ਯੁੱਧਾਂ ਦੇ ਵਿੱਚ ਇਸ ਬੰਦੂਕ ਦੀ ਵਰਤੋਂ ਕੀਤੀ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਸ ਸ਼ਸਤਰ ਦਾ ਨਾਮ ਹੈ ਸੈਫ ਔਰ ਅਰਬੀ ਦੇ ਵਿੱਚ ਇਸ ਨੂੰ ਜ਼ੁਲਫਕਾਰ ਵੀ ਕਿਹਾ ਜਾਂਦਾ ਹੈ। ਇਹ ਇਸਲਾਮ ਧਰਮ ਦਾ ਧਾਰਮਿਕ ਪੈਗੰਬਰੀ ਸ਼ਸਤਰ ਹੈ। ਇਸਲਾਮ ਧਰਮ ਦੇ ਬਾਨੀ ਹੋਏ ਹਨ ਹਜ਼ਰਤ ਮੁਹੰਮਦ ਸਾਹਿਬ ਔਰ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਸਪੁੱਤਰੀ ਦਾ ਨਾਮ ਹੈ ਬੀਬੀ ਫਾਤਿਮਾ। ਬੀਬੀ ਫਾਤਿਮਾ ਦੇ ਘਰ ਵਾਲੇ ਦਾ ਨਾਮ ਹੈ ਹਜ਼ਰਤ ਅਲੀ। ਇਹਨਾਂ ਦੇ 2 ਸੁਪੁੱਤਰ ਹਨ, ਹਸਨ ਅਤੇ ਹੁਸੈਨ। ਇਹਨਾਂ ਚਾਰਾਂ ਦੇ ਨਾਮ ਅਰਬੀ ਦੇ ਵਿੱਚ ਇਸ ਸ਼ਸਤਰ ਉੱਤੇ ਉਕਰੇ ਹੋਏ ਹਨ। ਕੁਝ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਹਨ। ਇੱਕ ਪਾਸੇ ਸੂਰਜ ਔਰ ਦੂਜੇ ਪਾਸੇ ਇਸਲਾਮ ਧਰਮ ਦਾ ਚੰਦਰਮਾ ਤੇ ਤਾਰੇ ਦਾ ਨਿਸ਼ਾਨ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਸਲਾਮ ਧਰਮ ਦਾ ਪੈਗੰਬਰੀ ਧਾਰਮਿਕ ਸ਼ਸਤਰ ਹੈ।
ਇਹ ਗੁਰੂ ਘਰ ਵਿੱਚ ਕਿਵੇਂ ਆਇਆ, ਇਸ ਦੇ ਨਾਲ ਇੱਕ ਛੋਟੀ ਜਿਹੀ ਸਾਖੀ ਜੁੜਦੀ ਹੈ। ਇਸਲਾਮ ਧਰਮ ਦਾ ਧਾਰਮਿਕ ਯੁੱਧ ਹੋਇਆ ਕਰਬਲਾ ਦੇ ਮੈਦਾਨ ਵਿੱਚ। ਉਸ ਮੈਦਾਨ ਦੇ ਵਿੱਚ ਇਹ ਸ਼ਸਤਰ ਦੀ ਵਰਤੋਂ ਕੀਤੀ ਗਈ। ਉਸ ਜੰਗ ਦੇ ਵਿੱਚ ਹੁਸੈਨ ਸ਼ਹੀਦ ਹੋ ਗਿਆ। ਹੁਸੈਨ ਦੀ ਮਾਤਾ ਨੇ, ਬੀਬੀ ਫਾਤਿਮਾ ਨੇ ਇਹ ਸ਼ਸਤਰ ਮੱਕੇ ਵਿਖੇ ਭੇਟ ਕਰ ਦਿੱਤਾ। ਉੱਥੋਂ ਦੇ ਖਲੀਫਿਆਂ ਨੇ ਇਹ ਸ਼ਸਤਰ ਬੜੇ ਪਿਆਰ ਦੇ ਨਾਲ ਸਾਂਭ ਕੇ ਰੱਖਿਆ। ਸਮਾਂ ਬੀਤਿਆ, ਔਰੰਗਜ਼ੇਬ ਤਖਤ ਉੱਤੇ ਕਾਬਜ਼ ਹੋਇਆ। ਉਹਨੇ ਜ਼ਬਰ ਜ਼ੁਲਮ ਕਰਦਿਆਂ ਹੋਇਆ ਲੋਕਾਂ ਨੂੰ ਜ਼ਬਰੀ ਮੁਸਲਮਾਨ ਬਣਾਇਆ। ਇਹ ਸ਼ਸਤਰ ਔਰੰਗਜ਼ੇਬ ਤੱਕ ਪਹੁੰਚਿਆ। ਉਹਨੇ ਬੜੇ ਪ੍ਰੇਮ ਦੇ ਨਾਲ, ਬੜੇ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਇਹਨੂੰ ਆਪਣੇ ਤੋਸ਼ੇਖਾਨੇ ਵਿੱਚ ਸਾਂਭ ਕੇ ਰੱਖਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਸ੍ਰੀ ਜ਼ਫਰਨਾਮਾ ਸਾਹਿਬ ਪੜ੍ਹ ਕੇ ਔਰੰਗਜ਼ੇਬ ਦੀ ਮੌਤ ਹੋਈ। ਉਸ ਦੀ ਮੌਤ ਤੋਂ ਪਿੱਛੋਂ ਉਹਦੇ ਦੋਨਾਂ ਪੁੱਤਰਾਂ ਤਾਰਾ ਆਜ਼ਮ ਅਤੇ ਮੌਜ਼ਮ ਦੇ ਵਿੱਚ ਤਖਤ ਪਿੱਛੇ ਜੰਗ ਛਿੜ ਗਈ। ਤਾਰਾ ਆਜ਼ਮ ਨੇ ਮੌਜ਼ਮ ਨੂੰ ਮਾਰ ਭਜਾਇਆ। ਮੌਜ਼ਮ ਨੇ ਬੜੇ ਹੀਲੇ ਵਸੀਲੇ ਕੀਤੇ, ਬੜੇ ਯਤਨ ਕੀਤੇ, ਪਰ ਉਹਦੀ ਕੋਈ ਵਾਹ ਪੇਸ਼ ਨਾ ਕਈ। ਅਖੀਰ ਉਹਨੇ ਭਾਈ ਨੰਦ ਲਾਲ ਸਾਹਿਬ ਜੀ ਨੂੰ ਵਿੱਚ ਪਾ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸਤਿਗੁਰੂ ਜੀ ਆਪ ਮੇਰੀ ਜੰਗ ਦੇ ਵਿੱਚ ਮਦਦ ਕਰੋ। ਸਤਿਗੁਰਾਂ ਨੇ ਉਹਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਜੰਗ ਦੇ ਵਿੱਚ ਉਸ ਦੀ ਮਦਦ ਕੀਤੀ। ਮੌਜ਼ਮ ਨੇ ਤਾਰਾ ਆਜ਼ਮ ਨੂੰ ਮਾਰ ਮੁਕਾਇਆ, ਤਖਤ ਉੱਤੇ ਕਾਬਜ਼ ਹੋ ਗਿਆ। ਉਹਨੇ ਆਪਣਾ ਨਾਮ ਬਦਲ ਕੇ ਰੱਖਿਆ ਬਹਾਦਰ ਸ਼ਾਹ। ਉਹਨੇ ਆਪਣੀ ਤਾਜਪੋਸ਼ੀ ਦਾ ਸਮਾਗਮ ਆਗਰੇ ਦੇ ਕਿਲੇ ਵਿੱਚ ਰੱਖਿਆ। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਸ਼ਾਮਲ ਹੋਣ ਵਾਸਤੇ ਬੇਨਤੀ ਪੱਤਰ ਭੇਜਿਆ। ਸਤਿਗੁਰਾਂ ਨੇ ਉਹਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਘੋੜੇ ਉੱਤੇ ਸਵਾਰ ਹੋ ਕਰਕੇ ਸਿੰਘਾਂ ਸਮੇਤ ਆਗਰੇ ਦੇ ਕਿਲੇ ਵਿੱਚ ਦਾਖਲ ਹੋਏ। ਸਤਿਗੁਰਾਂ ਦਾ ਬਹਾਦਰ ਸ਼ਾਹ ਨੇ ਬੜਾ ਭਾਰੀ ਸਵਾਗਤ ਕੀਤਾ, ਹੀਰੇ ਜਵਾਹਰਾਤ ਭੇਟ ਕੀਤੇ। ਉੱਥੇ ਇਹ ਸ਼ਸਤਰ ਵੀ ਸਤਿਗੁਰਾਂ ਨੂੰ ਭੇਟ ਕੀਤਾ ਅਤੇ ਬੇਨਤੀ ਕੀਤੀ, ਸਤਿਗੁਰੂ ਜੀ ਆਪ ਜੀ ਸੰਸਾਰ ਦੇ ਬਹੁਤ ਵੱਡੇ ਪੈਗੰਬਰ ਹੋ। ਇਹ ਇਸਲਾਮ ਧਰਮ ਦਾ ਪੈਗੰਬਰੀ ਸ਼ਸਤਰ ਹੈ, ਇਹ ਆਪ ਜੀ ਨੂੰ ਸ਼ੋਭਾ ਪਾਉਂਦਾ ਹੈ। ਉਸ ਸਮੇਂ ਤੋਂ ਇਹ ਸ਼ਸਤਰ ਤਖਤ ਸਾਹਿਬ ਦੇ ਵਿਖੇ ਸ਼ੋਭਾ ਪਾ ਰਿਹਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜਾ ਸ਼ਸਤਰ ਹੈ, ਇਸ ਸ਼ਸਤਰ ਦਾ ਨਾਮ ਹੈ ਸ਼ਮਸ਼ੀਰੇ ਤੇਗ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੈ। ਸਤਿਗੁਰੂ ਜੀ ਇਸ ਦੀ ਵਰਤੋਂ ਉਸ ਵਕਤ ਕਰਿਆ ਕਰਦੇ ਸਨ ਜਦੋਂ ਦੁਸ਼ਮਣ ਨੇ ਸੰਜੋ ਪਹਿਨੀ ਹੋਵੇ। ਸੰਜੋ ਜੋ ਕਿ ਲੋਹੇ ਦੀਆਂ ਬਰੀਕ ਤਾਰਾਂ ਦਾ ਬਣਿਆ ਹੋਇਆ ਕੋਟ ਹੁੰਦਾ ਹੈ। ਤਲਵਾਰ ਦਾ ਵਾਰ ਉਸ ਉੱਤੇ ਕੱਟ ਨਹੀਂ ਕਰਦਾ। ਇਸ ਦਾ ਕੀਤਾ ਹੋਇਆ ਵਾਰ ਲੋਹੇ ਦੀਆਂ ਬਰੀਕ ਤਾਰਾਂ ਨੂੰ ਤੋੜਦਾ ਹੈ। ਬਹੁਤ ਤਿੱਖਾ ਅਤੇ ਤੇਜ਼ ਧਾਰ ਵਾਲਾ ਸ਼ਸਤਰ ਹੈ। ਦੂਸਰੇ ਹੱਥ ਵਿੱਚ ਜਿਹੜਾ ਸ਼ਸਤਰ ਹੈ, ਇਹ ਸ਼ਸਤਰ ਗੁਰੂ ਪਿਆਰੇ ਸਾਧ ਸੰਗਤ ਜੀ, ਇਹ ਸੁਨਹਿਰੀ ਚੱਕਰ ਕਿਸੇ ਗੁਰਸਿੱਖ ਪ੍ਰੇਮੀ ਨੇ ਬੜੇ ਪ੍ਰੇਮ ਦੇ ਨਾਲ ਤਿਆਰ ਕੀਤਾ। ਇਸ ਉੱਪਰ 22 ਪੌੜੀਆਂ ਸ੍ਰੀ ਜਪਜੀ ਸਾਹਿਬ ਜੀ ਦੀਆਂ ਉਕਰੀਆਂ ਹੋਈਆਂ ਹਨ। ਉਸ ਗੁਰਸਿੱਖ ਨੇ ਬੜੇ ਪ੍ਰੇਮ ਦੇ ਨਾਲ ਤਿਆਰ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਭੇਟਾ ਕੀਤਾ। ਸਤਿਗੁਰਾਂ ਨੇ ਸ਼ਸਤਰ ਅਤੇ ਗੁਰਬਾਣੀ ਦਾ ਸਤਿਕਾਰ ਕਰਦਿਆਂ ਹੋਇਆਂ ਇਸ ਨੂੰ ਆਪਣੀ ਦਸਤਾਰ ਦੇ ਵਿੱਚ ਸਜਾ ਕੇ ਰੱਖਿਆ। ਦੂਸਰੇ ਹੱਥ ਵਿੱਚ ਜਿਹੜੀ ਢਾਲ ਹੈ, ਇਹ ਢਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਹੈ। 350 ਸਾਲ ਪੁਰਾਣੀ ਹੈ, ਗੈਂਡੇ ਦੀ ਖੱਲ ਦੀ ਬਣੀ ਹੋਈ ਹੈ। ਉਸ ਸਮੇਂ ਦਾ ਕੋਈ ਵੀ ਸ਼ਸਤਰ ਇਹਦੇ ਉੱਤੇ ਕਾਰਾਗਰ ਨਹੀਂ ਹੁੰਦਾ ਸੀ। ਅੱਜ ਵੀ ਉਸੇ ਤਰ੍ਹਾਂ ਨਵੀਂ ਦੀ ਨਵੀਂ ਲੱਗਦੀ ਹੈ। ਬੋਲੇ ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜਾ ਸ਼ਸਤਰ ਹੈ ਵੱਡਾ ਬਰਸ਼ਾ, ਔਰ ਦੂਜੇ ਹੱਥ ਵਿੱਚ ਹੈ ਛੋਟੀ ਬਰਸ਼ੀ। ਇਹ ਦੋਵੇਂ ਸ਼ਸਤਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਹਨ। ਸਤਿਗੁਰੂ ਜੀ ਇਹਨਾਂ ਦੀ ਵਰਤੋਂ ਘੋੜੇ ਜਾਂ ਹਾਥੀ ਉੱਤੇ ਸਵਾਰ ਹੋ ਕੇ ਕਰਿਆ ਕਰਦੇ ਸਨ। ਬੋਲੇ ਸੋ ਨਿਹਾਲ। ਪੀਰ ਛਠਮ ਪੀਰ ਬੈਠਾ ਗੁਰ ਭਾਰੇ, ਅਰਜੁਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੇ। ਚੱਲੇ ਪੇੜੇ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਾਰੇ ਉਪਕਾਰੀ। ਦਸਤਗੀਰ ਹੋਏ ਪੰਜ ਪੀਰ, ਹਰ ਗੋਬਿੰਦ ਅਤੋਲਾ। ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਪਾਤਸ਼ਾਹ ਅਡੋਲਾ। ਇਹ ਤੇਗਾ ਮੇਰੇ ਪੀਰੀ ਦੇ ਮਾਲਕ, ਸ਼ਹਿਨਸ਼ਾਹ ਪਿਤਾ, ਦੇਗ ਅਤੇ ਤੇਗ ਦੇ ਧਨੀ।
ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਹੈ। ਬੋਲੇ ਸੋ ਨਿਹਾਲ। ਗੁਰੂ ਪਿਆਰੇ ਸਾਧ ਸੰਗਤ ਜੀਓ, ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜਾ ਸ੍ਰੀ ਸਾਹਿਬ ਹੈ, ਇਹ ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਹੈ। ਸਤਿਗੁਰ ਸਾਹਿਬਾਂ ਜੀ ਦਾ ਪਹਿਲਾ ਨਾਮ ਤਿਆਗਮਲ ਹੋਇਆ ਕਰਦਾ ਸੀ। 13 ਸਾਲ ਦੀ ਉਮਰ ਦੇ ਵਿੱਚ ਸਤਿਗੁਰਾਂ ਨੇ ਇਸੇ ਹੀ ਕਿਰਪਾਨ ਦੇ ਨਾਲ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਮੈਦਾਨੇ ਜੰਗ ਵਿੱਚ ਬੜਾ ਭਾਰੀ ਜੰਗ ਕੀਤਾ। ਤੇਗ ਦੇ ਐਸੇ ਜੌਹਰ ਵਿਖਾਏ। ਤੇਗ ਦਾ ਧਨੀ ਹੋਣ ਕਰਕੇ ਪਿਤਾ ਸਤਿਗੁਰੂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਦਾ ਨਾਮ ਰੱਖਿਆ ਤੇਗ ਬਹਾਦਰ। ਇਸ ਉੱਪਰ ਲਿਖਿਆ ਹੋਇਆ ਹੈ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਤੇਗ ਬਹਾਦਰ ਸੰਮਤ 1713। ਦੂਜੇ ਹੱਥ ਵਿੱਚ ਜਿਹੜਾ ਸ੍ਰੀ ਸਾਹਿਬ ਹੈ, ਇਹ ਸ੍ਰੀ ਸਾਹਿਬ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੈ। ਇਹ ਸ੍ਰੀ ਸਾਹਿਬ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਸਤਿਗੁਰਾਂ ਨੇ ਭਾਈ ਤਰਲੋਕ ਸਿੰਘ, ਭਾਈ ਰਾਮ ਸਿੰਘ, ਜਿਨ੍ਹਾਂ ਨੇ ਚਮਕੌਰ ਸਾਹਿਬ ਜੀ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਸੀ, ਭਾਈ ਤਰਲੋਕ ਸਿੰਘ ਜੀ ਨੂੰ ਬਖਸ਼ਿਸ਼ ਕੀਤਾ। ਇਸ ਉੱਪਰ ਲਿਖਿਆ ਹੋਇਆ ਹੈ ਸ੍ਰੀ ਭਗਉਤੀ ਜੀ ਸਹਾਏ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ 10। ਦੂਜੇ ਪਾਸੇ ਲਿਖਿਆ ਹੈ ਪਾਤਸ਼ਾਹੀ 10। ਬੋਲੇ ਗੁਰੂ ਪਿਆਰੀ ਸਾਧ ਸੰਗਤ ਜੀ, ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜਾ ਸ੍ਰੀ ਸਾਹਿਬ ਹੈ, ਕਿਰਪਾਨ ਹੈ, ਇਹ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਗਾਤਰੇ ਦੀ ਕਿਰਪਾਨ ਹੈ। ਇਸ ਉੱਪਰ ਲਿਖਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੇ ਕਮਰ ਕੀ ਤਲਵਾਰ ਹੈ, ਵਧੇ ਦੇਗ ਤੇ ਜਾਂ ਤੇਗ ਤੇ। ਦੂਜੇ ਹੱਥ ਵਿੱਚ ਜਿਹੜਾ ਸ੍ਰੀ ਸਾਹਿਬ ਹੈ, ਇਹ ਵੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੈ। ਇਹ ਸ੍ਰੀ ਸਾਹਿਬ ਸਤਿਗੁਰਾਂ ਨੇ ਭਾਈ ਰਾਏ ਕੱਲੇ ਜੀ ਨੂੰ ਬਖਸ਼ਿਸ਼ ਕੀਤਾ ਸੀ, ਜਿਨ੍ਹਾਂ ਨੂਰੇ ਮਾਹੀ ਰਾਹੀਂ ਸਤਿਕਾਰਯੋਗ ਮਾਤਾ ਜੀ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਤਾ ਨੂਰੇ ਮਾਹੀ ਰਾਹੀਂ ਸਤਿਗੁਰਾਂ ਤੱਕ ਪਹੁੰਚਾਇਆ ਸੀ। ਬੋਲੇ ਅਕਾਲ। ਇਸ ਸ਼ਸਤਰ ਦਾ ਨਾਮ ਹੈ ਛੋਟੀ ਬਰਸ਼ੀ। ਇਹਨੂੰ ਭਾਨਾ ਵੀ ਕਿਹਾ ਜਾਂਦਾ ਹੈ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੈ। ਸਤਿਗੁਰ ਜੀ ਇਸ ਦੀ ਵਰਤੋਂ ਘੋੜੇ ਉੱਤੇ ਸਵਾਰ ਹੋ ਕੇ ਜਾਂ ਫਿਰ ਹੱਥੋਂ ਹੱਥੀ ਲੜਾਈ ਸਮੇਂ ਕਰਿਆ ਕਰਦੇ ਸਨ। ਆਪ ਦੀ ਵੱਡਿਆਂ ਭਾਗਾਂ ਵਾਲਿਓ, ਜਦੋਂ ਤਖਤ ਸਾਹਿਬ ਜੀ ਵਿਖੇ ਆਪ ਜੀ ਨਤਮਸਤਕ ਹੁੰਦੇ ਹੋ, ਦਰਸ਼ਨ ਕਰਦੇ ਹੋ, ਦਰਸ਼ਨ ਕਰਕੇ ਸ਼ੀਸ਼ੇ ਦੇ ਬਿਲਕੁਲ ਸਾਹਮਣੇ ਜਾਂਦੇ ਹੋ, ਪਰਿਕਰਮਾ ਕਰਦੇ ਹੋਏ ਉਥੋਂ ਆਪ ਜੀ ਨੂੰ ਦਰਸ਼ਨ ਹੋਣਗੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ 5 ਤੀਰ ਲੱਕੜੀ ਦੇ ਦਸਤੇ ਵਾਲੇ, 1 ਤੀਰ ਲੋਹੇ ਦਾ ਔਰ 1 ਛੋਟੀ ਕਿਰਪਾਨ, ਜਿਹੜੀ ਸਤਿਗੁਰੂ ਜੀ ਆਪਣੀ ਦਸਤਾਰ ਦੇ ਵਿੱਚ ਸਜਾਇਆ ਕਰਦੇ ਸਨ। 1 ਘੋੜੇ ਨੂੰ ਹਿੱਕਣ ਵਾਲਾ ਚਾਬੁਕ, ਜਿਹੜਾ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਹੈ। ਜਦੋਂ ਆਪ ਜੀ ਪਰਿਕਰਮਾ ਕਰਕੇ ਦੂਸਰੇ ਪਾਸੇ ਜਾਵੋਗੇ, ਸ਼ੀਸ਼ੇ ਦੇ ਸਾਹਮਣੇ ਆਪ ਜੀ ਨੂੰ ਦਰਸ਼ਨ ਹੋਣਗੇ। 1 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਚੋਲਾ, 1 ਹੱਥ ਲਿਖਤ ਪੋਥੀ, 1 ਕੇਸਾਂ ਸਮੇਤ ਕੰਗਾ ਔਰ 1 ਦਸਤਾਰ। ਕੇਸਾਂ ਸਮੇਤ ਕੰਗਾ ਔਰ ਦਸਤਾਰ ਜਿਹੜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਬਖਸ਼ਿਸ਼ ਕੀਤੀ ਸੀ। ਭੰਗਾਣੀ ਦੇ ਯੁੱਧ ਦੇ ਵਿੱਚ ਪੀਰ ਜੀ ਦੇ 2 ਪੁੱਤਰ ਤੇ ਕੁਝ ਮੁਰੀਦ ਸ਼ਹੀਦ ਹੋਏ। ਜਦੋਂ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਗਏ, ਉਸ ਸਮੇਂ ਸਤਿਗੁਰ ਜੀ ਆਪਣੇ ਕੇਸਾਂ ਦੇ ਵਿੱਚ ਕੰਘਾ ਕਰ ਰਹੇ ਸਨ। ਸਤਿਗੁਰੂ ਜੀ ਨੇ ਪੀਰ ਜੀ ਨੂੰ ਆਉਂਦੇ ਵੇਖਿਆ, ਆਖਿਆ ਆਓ ਪੀਰ ਜੀ, ਤੁਹਾਡੇ 2 ਪੁੱਤਰ ਅਤੇ ਕੁਝ ਮੁਰੀਦ ਜਿਨ੍ਹਾਂ ਨੇ ਸਾਡੇ ਖਾਤਰ ਸ਼ਹੀਦੀ ਪ੍ਰਾਪਤ ਕੀਤੀ, ਅਸੀਂ ਤੁਹਾਡੇ ਤੇ ਪ੍ਰਸੰਨਾ, ਮੰਗੋ ਜੋ ਮੰਗਣਾ ਹੈ। ਪੀਰ ਜੀ ਨੇ ਝੋਲੀ ਅੱਡ ਕੇ ਆਖਿਆ, ਸਤਿਗੁਰੂ ਜੀ ਜੇ ਆਪ ਜੀ ਪ੍ਰਸੰਨ ਹੋ ਨਾ ਤੇ ਇਹ ਕੇਸਾਂ ਸਮੇਤ ਕੰਘਾ ਮੇਰੀ ਝੋਲੀ ਵਿੱਚ ਪਾ ਦਿਓ। ਸਤਿਗੁਰ ਸਾਹਿਬਾ ਜੀ ਨੇ ਆਪਣਾ ਕੇਸਾਂ ਸਮੇਤ ਕੰਘਾ ਔਰ 1 ਦਸਤਾਰ ਪੀਰ ਬੁੱਧੂ ਸ਼ਾਹ ਜੀ ਨੂੰ ਬਖਸ਼ਿਸ਼ ਕੀਤੀ। ਪੀਰ ਬੁੱਧੂ ਸ਼ਾਹ ਜੀ ਨੇ ਮੁਸਲਮਾਨ ਹੋ ਕਰਕੇ, ਇਸਲਾਮ ਧਰਮ ਦੇ ਹੋਣ ਕਰਕੇ ਸਤਿਗੁਰਾਂ ਪਾਸੋਂ ਕੀ ਮੰਗਿਆ? 2 ਪੁੱਤਰ ਸ਼ਹੀਦ ਕਰਵਾ ਲਏ, ਮੁਰੀਦ ਸ਼ਹੀਦ ਕਰਵਾ ਕੇ ਵੀ ਸਤਿਗੁਰਾਂ ਪਾਸੋਂ ਉਹਨਾਂ ਕੇਸਾਂ ਦੀ ਦਾਤ ਮੰਗੀ। ਆਪ ਜੀ ਜਿਸ ਸਥਾਨ ਉੱਤੇ ਨਤਮਸਤਕ ਹੋ ਰਹੇ ਹੋ, ਦਰਸ਼ਨ ਕਰ ਰਹੇ ਹੋ, ਇਸ ਪਾਵਨ ਪਵਿੱਤਰ ਸਥਾਨ ਉੱਤੇ ਧੰਨ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਖਾਲਸਾ ਪੰਥ ਪ੍ਰਗਟ ਕੀਤਾ ਸੀ। ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਅੰਮ੍ਰਿਤ ਛਕਾਇਆ, ਪੰਥ ਪ੍ਰਗਟ ਕੀਤਾ ਔਰ ਇਸ ਤਖਤ ਦਾ ਨਾਮ ਰੱਖਿਆ ਤਖਤ ਸ੍ਰੀ ਕੇਸਗੜ੍ਹ ਸਾਹਿਬ। ਆਪ ਜੀ ਜਦੋਂ ਇੱਥੇ ਨਤਮਸਤਕ ਹੁੰਦੇ ਹੋ, ਝੋਲੀ ਅੱਡ ਕੇ ਸਤਿਗੁਰਾਂ ਪਾਸੋਂ ਇਹ ਦਾਤ ਮੰਗਿਆ ਕਰੋ, ਸਤਿਗੁਰ ਜੀ ਸਾਨੂੰ ਸਿੱਖੀ ਦੀ ਦਾਤ ਬਖਸ਼ੋ, ਸਾਨੂੰ ਕੇਸਾਂ ਦੀ ਦਾਤ ਬਖਸ਼ੋ। ਜਿਹੜੇ ਮੇਰੇ ਵੀਰ
ਅੱਜ ਕੇਸ ਕਤਲ ਕਰਾਈ ਫਿਰਦੇ ਨੇ, ਉਹਨਾਂ ਨੂੰ ਬੇਨਤੀ ਆ ਕਿ ਜਦੋਂ ਵੀ ਇੱਥੇ ਆਉਂਦੇ ਹੋ ਹੱਥ ਜੋੜ ਕੇ ਸਤਿਗੁਰਾਂ ਪਾਸੋਂ ਕੇਸਾਂ ਦੀ ਦਾਤ ਮੰਗਿਆ ਕਰੋ। ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਜਿਹੜੇ ਪਾਵਨ ਸ਼ਸਤਰਾਂ ਦੇ ਆਪ ਜੀ ਨੇ ਦਰਸ਼ਨ ਕੀਤੇ। ਇਹਨਾਂ ਸ਼ਸਤਰਾਂ ਨਾਲ ਧੰਨ ਗੁਰੂ ਸਾਹਿਬਾਨ ਔਰ ਗੁਰੂ ਕੇ